ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅੱਜ ਮੈਂ ਆਪ ਜੀ ਦੇ ਵਾਸਤੇ ਆਪਣਾ ਐਕਸਪੀਰੀਅੰਸ ਉਸ ਸੱਚੇ ਸਤਿਗੁਰ ਦੇ ਨਾਲ ਕਿਸ ਤਰੀਕੇ ਦੇ ਨਾਲ ਮੇਰਾ ਐਕਸਪੀਰੀਅੰਸ ਹੋਇਆ ਔਰ ਉਸ ਨੂੰ ਸ਼ੇਅਰ ਕਰਦੀ ਹਾਂ। ਸਭ ਤੋਂ ਪਹਿਲੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਸੰਗਤ ਜੀ, ਪਵਨ ਗੁਰੂ ਬਹੁਤ ਜ਼ਿਆਦਾ ਜਦ ਮੈਂ ਤਕਲੀਫਾਂ ਦੇ ਵਿੱਚ ਘਿਰ ਗਈ, ਬਿਮਾਰੀਆਂ 'ਚ ਘਿਰ ਗਈ, ਬਹੁਤ ਦਵਾਈਆਂ ਖਾ ਕੇ ਸਰੀਰ ਸਮਝ ਨਹੀਂ ਸੀ ਆ ਰਿਹਾ ਕਿ ਮਾਰਗ ਕੀ ਹੈ। ਇੱਕ ਰਸਤਾ ਸੀ ਕਿ ਜਾਂ ਤੇ ਆਪਣੇ ਆਪ ਨੂੰ ਉਹਨਾਂ ਡਾਕਟਰਾਂ ਦੇ ਕੋਲ ਜਾ ਕੇ ਉਹਨਾਂ ਦੇ ਭਰੋਸੇ ਛੋੜਦਾ। ਹਾਲਾਂਕਿ ਉਹਨਾਂ ਤੇ ਭਰੋਸਾ ਕਰਕੇ 18 ਸਾਲ ਤੱਕ ਮੈਂ ਦਵਾਈ ਖਾਧੀ ਔਰ ਹਰ ਇੱਕ ਦਵਾਈਆਂ ਖਾਧੀਆਂ, ਥਾਇਰਾਇਡ, ਬੀਪੀ, ਸ਼ੂਗਰ, ਕੈਲਸ਼ੀਅਮ, ਦੁਨੀਆ ਜਹਾਨ ਦੇ ਦੁੱਖਾਂ ਦੇ ਹੱਥੇ ਪੇ ਨਾ ਦਵਾਈ, ਇਹਦੀ ਦਵਾਈ, ਗੈਸ ਦੀ ਦਵਾਈ, ਸਭ ਤਰ੍ਹਾਂ ਦੀਆਂ ਮੈਂ ਦਵਾਈਆਂ ਖਾਧੀਆਂ। ਪਰ ਉਹਨਾਂ ਸਾਰੀਆਂ ਦਵਾਈਆਂ ਖਾਣ ਦੇ ਬਾਵਜੂਦ ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਆਰਾਮ ਕਿਉਂ ਨਹੀਂ ਆ ਰਿਹਾ ਔਰ ਕਿੱਥੇ ਆਰਾਮ ਮਿਲਣਾ ਹੈ। ਹੁਣ ਬਲੱਡ ਪ੍ਰੈਸ਼ਰ ਸਮਝੋ ਇਤਨਾ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ। ਮੇਰਾ ਇੱਕ ਟਾਈਮ ਤੇ ਬਲੱਡ ਪ੍ਰੈਸ਼ਰ ਇੱਕ ਵਾਰੀ 230 ਆਇਆ। ਹੁਣ ਦਿਮਾਗ ਇੱਕ ਸਾਈਡ ਦੇ ਉੱਤੇ ਪੈਰਾਲਾਈਟਿਕ ਅਟੈਕ ਆ ਗਿਆ ਖੱਬੇ ਪਾਸੇ, ਔਰ ਸੱਜੇ ਪਾਸੇ ਮੇਰੇ ਹਾਲਾਤ ਇਹ ਸੀਗੇ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ, ਲੱਤ, ਬਾਂਹ, ਗਲਾ, ਕੰਠ, ਇਹ ਸਭ ਇਸ ਤਰੀਕੇ ਸੁੱਕਣ ਲੱਗ ਗਿਆ ਕਿ ਅੰਦਰ ਕੁਛ ਨਾ ਕੁਛ ਬਹੁਤ ਸਾਰੀਆਂ ਗਿਲਟੀਆਂ ਬਣ ਗਿਆ, ਮਾਨੋ ਕੈਂਸਰ ਪਨਪ ਗਿਆ ਪੂਰੇ ਸਰੀਰ ਵਿੱਚ। ਔਰ ਮੱਧ ਵਿੱਚ ਲੀਵਰ 'ਚ ਅਲਸਰ, ਪੱਥਰੀਆਂ, ਉਹ ਵੀ ਮਲਟੀਪਲ। ਉਹ ਤਾਂ ਮੈਂ ਚੈੱਕ ਕਰਾਈਆਂ ਸੀ ਪੱਥਰੀਆਂ, ਹਾਲਾਂਕਿ ਬਾਕੀ ਮੈਂ ਚੈਕਿੰਗ ਇਸ ਕਰਕੇ ਨਹੀਂ ਕਰਾਈ ਕਿ ਮੈਨੂੰ ਦੇਖਦੇ ਹਾਂ ਕਿ ਉਹਨਾਂ ਪੱਥਰੀਆਂ ਨੂੰ, ਉਹਨਾਂ ਪੈਰਾਲਾਈਟਿਕ ਅਟੈਕ ਨੂੰ ਔਰ ਉਹਨੇ ਸਰੀਰ ਦੇ ਵਿੱਚ ਜਿਹੜਾ ਮੇਰੇ ਕੈਂਸਰ ਵਰਗਾ ਪਨਪ ਗਿਆ। ਹਾਲਾਤ ਇਤਨੇ ਬੁਰੇ ਹੋ ਗਏ ਕਿ ਦਵਾਈਆਂ ਖਾਂਦੇ ਖਾਂਦੇ ਕਹਾਂ ਕਿ ਮੈਂ ਗੁਰਦੁਆਰੇ ਤੱਕ ਵੀ ਜਾਵਾਂ ਤੇ ਕਿਸ ਤਰੀਕੇ ਦੇ ਨਾਲ ਜਾਵਾਂ, ਸਰੀਰ ਇਜਾਜ਼ਤ ਨਹੀਂ ਦੇ ਰਿਹਾ। ਯੋਗਾ ਕਰਦੀ ਸੀ ਪਰ ਅੰਦਰ ਪਤਾ ਨਹੀਂ ਖਾਣ ਪੀਣ ਦਾ ਕੀ ਖਾਣਾ ਹੈ, ਕਿਸ ਤਰ੍ਹਾਂ ਕਰਨਾ ਹੈ, ਕੁਝ ਸਮਝ ਨਹੀਂ ਸੀ ਆ ਰਿਹਾ। ਜੀਵਨ ਇਸ ਤਰੀਕੇ ਸੀ ਜਿਸ ਤਰ੍ਹਾਂ ਕੋਈ ਲਾਂਦਾ ਸੀ ਉਧਰ ਉਸੇ ਪਾਸੇ ਲੱਗ ਜਾਂਦੇ, ਕਿਉਂਕਿ ਮਾਰਗ ਹੀ ਨਹੀਂ ਦਿਸਦਾ ਸੀਗਾ। ਮਾਰਗ ਜਦੋਂ ਗੁਰਦੁਆਰੇ ਗਈ ਤੇ ਗੁਰਦੁਆਰੇ ਜਾ ਕੇ ਸਤਿਗੁਰ ਨਾਲ ਮੇਰੇ ਅੰਦਰੋਂ ਰੋਸ ਨਿਕਲਿਆ। ਬੈਠੀ ਕਿ ਇਹ ਕੀ ਬਾਣੀ ਪੜ੍ਹਦੇ ਪਏ ਆ, ਕਿਸ ਤਰ੍ਹਾਂ ਪੜ੍ਹੀਏ, ਕਿਹੜਾ ਮਾਰਗ ਹੈ ਸਤਿਗੁਰ ਜੀ ਜਿੱਥੇ ਸੁੱਖਾਂ ਦੀ ਗੱਲ ਕਰਦੇ ਹੋ, ਇਹ ਸੁੱਖ ਮੇਰੇ ਤੱਕ ਕਿਉਂ ਨਹੀਂ ਪਹੁੰਚਦੇ ਪਏ। ਮੈਂ ਕਿਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਹੀ ਜਾਵਾਂ, ਵਾਹਿਗੁਰੂ ਤੇ ਵੀ ਉਹ ਵੀ ਨਹੀਂ ਆਵਾਜ਼ ਨਿਕਲਦੀ ਪਈ। ਇਤਨਾ ਜ਼ਿਆਦਾ ਪੇਨਫੁਲ ਹੋ ਗਿਆ ਸਰੀਰ, ਇਤਨੀ ਜ਼ਿਆਦਾ ਦਰਦਾਂ 'ਚ ਘਿਰ ਗਈਆਂ, ਬਿਮਾਰੀਆਂ 'ਚ ਘਿਰ ਗਈਆਂ, ਤੇ ਮਾਰਗ ਕਿਉਂ ਨਹੀਂ ਮਿਲ ਰਿਹਾ। ਕੋਈ ਤੇ ਰਸਤਾ ਹੋਵੇ ਜਿੱਥੇ ਸਕੂਨ ਮਿਲੇ, ਕੁਝ ਸੁੱਖ ਮਿਲੇ। ਨਹੀਂ, ਰਸਤਾ ਹੀ ਨਹੀਂ ਸੀਗਾ। ਪਰ ਜਦੋਂ ਕਹਿੰਦੇ ਨੇ ਨਾ ਬਾਣੀ 'ਚ ਹੀ ਕਿਹਾ ਗਿਆ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮਿਲੇ। ਹੁਣ ਸ਼ਬਦ ਮੈਂ ਖੋਜ ਲੇ, ਸਤਿਗੁਰੂ ਜੀ ਇਹ ਵੀ ਨਹੀਂ ਸਮਝ ਆਉਂਦਾ ਕਿ ਕਿਹੜੇ ਸ਼ਬਦ 'ਚੋਂ ਖੋਜੀਏ, ਕਿਸ ਤਰ੍ਹਾਂ ਖੋਜੀਏ, ਕਿਹੜਾ ਨਾਮ ਕਿਹਨੂੰ ਮਿਲਿਆ ਸੀ। ਭਗਤ ਤੇ ਬੜਾ ਕਹਿੰਦੇ ਨੇ, ਇੰਨਾ ਐਕਸਪਲੇਨ ਕਰਦੇ ਨੇ, ਬੜਾ ਆਨੰਦ ਹੈ, ਇਹ ਸਾਰੇ ਫਰੀਦ, ਕਬੀਰ, ਨਾਮਦੇਵ, ਉਹਨਾਂ ਨੂੰ ਬਹੁਤ ਆਨੰਦ ਮਿਲਿਆ। ਗੁਰੂ ਨਾਨਕ ਦੀ ਬਾਣੀ ਬੜਾ ਆਨੰਦ ਭਰੀ ਬਾਣੀ, ਸਕੂਨ ਦੀ, ਸੁੱਖ ਦੀ ਗੱਲ ਕਰਦੇ, ਤੇ ਉਹ ਸੁੱਖ ਕਿੱਥੇ ਹੈ। ਸੁੱਖ ਨਾਹੀ ਹਰ ਨਾਮ ਬਿਨਾ, ਹਰੀ ਨਾਮ ਕਿੱਥੇ ਹੈ, ਕਿਵੇਂ ਲਈਏ ਹਰੀ ਨਾਮ। ਅਸੀਂ ਤੇ ਆਪਣੇ ਜੋ ਸਾਨੂੰ ਸਮਝਾਇਆ ਗਿਆ ਸ਼ੁਰੂ ਤੋਂ ਆਪਣੇ ਵੱਡੇ ਵਡੇਰਿਆਂ ਦੇ ਥਰੂ, ਸਾਡੇ ਜਿਹੜੇ ਆਸ-ਪਾਸ ਸੰਤ ਨੇ, ਗੁਰਮੁਖ ਨੇ, ਪੜ੍ਹੇ ਲਿਖੇ ਨੇ, ਆਪਣੇ ਆਪ ਨੂੰ ਅਸੀਂ ਸੋਚਦੇ ਹਾਂ ਕਿ ਬਹੁਤ ਇਹਨਾਂ ਨੂੰ ਗਿਆਨ ਹੈ। ਇਹ ਜੋ ਸਾਨੂੰ, ਇਹ ਵੀ ਤਾਂ ਸਾਨੂੰ ਬਾਣੀ ਹੀ ਪੜ੍ਹ ਕੇ ਸੁਣਾਈ ਜਾ ਰਹੇ ਨੇ ਨਾ, ਤੇ ਬਾਣੀ ਅਸੀਂ ਵੀ ਪੜ੍ਹੀ ਜਾ ਰਹੇ ਹਾਂ।
ਫਿਰ ਸੁੱਖ ਕਿਉਂ ਨਹੀਂ ਮਿਲ ਰਿਹਾ? ਕਿੱਥੇ ਹੈ ਸੁੱਖ? ਕਿਹੜੇ ਸੁੱਖ ਦੀ ਗੱਲ ਕੀਤੀ ਗਈ ਹੈ? ਨਹੀਂ ਸਮਝ ਆ ਰਿਹਾ ਸੀਗਾ। ਫਿਰ ਇੱਕ ਅੱਖਰ ਕਹਿੰਦੇ ਨਾ, ਕਿਣਕਾ ਏਕ ਜਿਸ ਜੀਵ ਵਸਾਏ ਤਾਂ ਕਿ ਮਹਿਮਾ ਗਣੀ ਨਾ ਆਏ। ਮੈਂ ਕਿਹਾ ਇਹ ਵੀ ਬਾਣੀ 'ਚ ਕਿਹਾ ਗਿਆ ਵੈ। ਤੇ ਹੁਣ ਉਹ ਕਿਣਕਾ ਕਿਹੜਾ ਹੈ? ਕਿਣਕਾ ਆਪਣੇ ਅੰਦਰ ਜਾਈਏ, ਆਪਣੇ ਆਪ ਨੂੰ ਕਿਣਕਾ ਸਮਝੀਏ। ਤੇ ਦੂਸਰਾ ਅੱਖਰ ਮੈਨੂੰ ਮਿਲਿਆ। ਬਾਬੇ ਨਾਨਕ ਨੇ ਕਿਹਾ, ਮੈਂ ਕਿਹਾ ਹੁਣ ਮੈਂ ਗੁਰੂ ਬਣਾਉਣਾ ਹੈ। ਜੇ ਮੈਂ ਗੁਰੂ ਹੈ ਤੇ ਮੈਂ ਕਿਹੜੇ ਗੁਰੂ ਕੋਲ ਜਾਵਾਂ? ਅੱਜ ਕੱਲ੍ਹ ਤੇ ਸਮਝ ਆਉਂਦੀ ਕਿ ਜੇ ਕਿਸੇ ਦੈਹਿਕ ਗੁਰੂ ਕੋਲ ਜਾਓ, ਸਰੀਰਕ ਰੂਪ ਤੇ ਜਿਹੜਾ ਗੁਰੂ ਹੈ ਉਹਦੇ ਕੋਲ ਜਾਓ। ਤੇ ਫਿਰ ਤੇ ਸਰੀਰਕ ਰੂਪ ਦੇ ਗੁਰੂ ਉਹ ਬੜਾ ਪਤਨ ਕਰ ਲੈਂਦੇ ਨੇ, ਸ਼ੋਸ਼ਣ ਕਰਦੇ ਨੇ ਇਸਤਰੀ ਜਾਤੀ ਦਾ ਤੇ ਖਾਸ ਤੌਰ ਤੇ। ਔਰ ਘਰੋਂ ਵੀ ਨਿਕਲਣ ਦੀ ਇਜਾਜ਼ਤ ਤੇ ਹੈ ਨਹੀਂ, ਖਾਸ ਤੌਰ ਤੇ ਇਸਤਰੀਆਂ ਨੂੰ, ਕਿ ਇਸਤਰੀ ਜਿੱਧਰ ਮਰਜ਼ੀ ਮੂੰਹ ਚੁੱਕ ਕੇ ਚਲ ਜਾਏ, ਜਿੰਨਾ ਮਰਜ਼ੀ ਟਾਈਮ ਲਗਾਏ। ਹਰ ਇੱਕ ਟਾਈਮ ਦੀ ਲਿਮਿਟ ਹੈ। ਔਰਤ ਵਾਸਤੇ ਤੇ ਇਹ ਵੈਸੇ ਵੀ ਬਹੁਤ ਮੁਸ਼ਕਿਲ ਹੈ, ਘਰਾਂ ਦੇ ਕੰਮ ਹੈ ਇੰਨੇ ਸਾਰੇ। ਤੇ ਇਹ ਤੇ ਬਹੁਤ ਜ਼ਿਆਦਾ ਮੁਸ਼ਕਿਲ ਸੀ ਕਿ ਅਸੀਂ ਆਪਣੇ ਘਰ ਤੋਂ ਛੱਡ ਕੇ ਕਿਸੇ ਗੁਰੂ ਨੂੰ ਲੱਭੀਏ, ਔਰ ਫਿਰ ਗੁਰੂ ਕੋਲ ਜਾਈਏ ਤੇ ਗੁਰੂ ਵੀ ਪਤਾ ਨਹੀਂ ਕਿਹੜਾ ਸਾਨੂੰ ਮਿਲੇ, ਕਿਸ ਤਰ੍ਹਾਂ ਦਾ ਮਿਲੇ, ਉਹ ਸਹੀ ਵੀ ਹੈ ਜਾਂ ਨਹੀਂ ਸਹੀ। ਫਿਰ ਐਵੇਂ ਤਾਨੇ ਮੈਨੇ ਲਾਂਤਾਂ ਲੋਕਾਂ ਕੋਲੋਂ ਲੈ ਲੈ ਕੇ ਆਪਣਾ ਜੀਵਨ ਹੋਰ ਜ਼ਿਆਦਾ ਨਰਕ ਬਣਾ ਲਈਏ। ਕਿਵੇਂ ਕਰੀਏ ਵਾਹਿਗੁਰੂ ਜੀ? ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਪਵਨ ਗੁਰੂ। ਮੈਂ ਕਿਹਾ ਹਾਂ, ਇਹ ਤਾਂ ਗੱਲ ਸਹੀ ਹੈ। ਉਹਨਾਂ ਨੇ ਕਿਹਾ ਸੀ ਪਵਨ ਗੁਰੂ। ਲੋਕਡਾਊਨ ਹੋ ਗਿਆ, ਘਰਾਂ 'ਚ ਬੈਠਣਾ ਪੈ ਗਿਆ, ਬੜਾ ਮਜਬੂਰੀ ਸੀਗੀ। ਕਦੀ ਮਨ 'ਚ ਆਏ ਵੀਡੀਓ ਕੋਈ ਬਣਾ ਕੇ ਪਾਵਾਂ, ਪਰ ਮਨ ਨੂੰ ਸਕੂਨ ਨਹੀਂ ਸੀ ਮਿਲ ਰਿਹਾ। ਆਪਣੇ ਦੁਖੀ ਤੇ ਰੋਗੀ ਸਰੀਰ ਨੂੰ ਸਕੂਨ ਨਾ ਮਿਲੇ ਤੇ ਅਸੀਂ ਕਿੱਥੋਂ ਕਿਸੇ ਨੂੰ ਗਿਆਨ ਦੇ ਸਕਦੇ ਹਾਂ? ਬਸ ਇਸੇ ਪਵਨ ਗੁਰੂ ਨੇ ਐਸਾ ਮੇਰੀ ਲੜ ਫੜਿਆ ਨਾ, ਮੈਂ ਉਸਦਾ ਕਿ ਤੂੰ ਲੜ ਫੜ ਲੈ। ਯੋਗਾ 'ਚ ਵੀ ਕਹਿੰਦੇ ਨੇ ਪਵਨ ਅੰਦਰ ਜਾਓ ਸੁੱਖ ਮਿਲਦਾ ਹੈ, ਜਾਂ ਵੈਸੇ ਵੀ ਪਵਨ ਗੁਰੂ, ਜਦੋਂ ਸਤਿਗੁਰੂ ਨਾਨਕ ਦੀ ਬਾਣੀ ਨੂੰ ਤੂੰ ਫੜ ਲਿੱਤਾ ਤੇ ਖੋਜਣ ਦੀ ਕੋਸ਼ਿਸ਼ ਤੇ ਕਰੀਏ। ਹੁਣ ਤਾਂ ਕੋਈ ਚਾਰਾ ਵੀ ਨਹੀਂ ਹੈ, ਘਰਾਂ 'ਚ ਬਹਿ ਹੀ ਗਏ ਆ। ਚਲੋ, ਤੇ ਪਿਛਲੇ ਤੋਂ ਪਿਛਲੇ ਸਾਲ 2020 ਦੇ ਵਿੱਚ 21 ਨਿਕਲ ਗਿਆ, 2020 ਦੇ ਵਿੱਚ ਜਦੋਂ ਇਹ ਬਹੁਤ ਸਾਰਾ ਲੋਕਡਾਊਨ ਦੇ ਵਿੱਚ ਭੱਜਾ ਦੌੜੀ, ਤਬਾਹੋ ਬਰਬਾਦੀ, ਲੋਕ ਬੜੇ ਪਰੇਸ਼ਾਨ ਸੀਗੇ। ਉਹਨਾਂ ਦਿਨਾਂ ਦੇ ਵਿੱਚ ਕਿਧਰੇ ਮੈਨੂੰ ਆਪਣੇ ਆਪ ਬੈਠਣ ਦੇ, ਸ਼ਵਾਸਾਂ ਦੀ ਪ੍ਰਕਿਰਿਆ ਦੇ ਨਾਲ ਕੁਝ ਦੁੱਖ ਵੀ ਸੀਗੇ ਕਿ ਲੋਕੀ ਇਤਨੇ ਦੁਖੀ ਨੇ ਤੇ ਕੀ ਹੋ ਕੀ ਰਿਹਾ ਇਸ ਦੁਨੀਆ ਦੇ ਵਿੱਚ, ਇਤਨਾ ਜ਼ਿਆਦਾ ਤਰਾਹੀ ਤਰਾਹੀ ਮਚ ਰਹੀ ਹੈ। ਸਤਿਗੁਰੂ ਜੀ ਤੁਸੀਂ ਹੋ ਕਿੱਥੇ? ਬਸ ਉਸ ਗੱਲ ਨੇ ਕਿਧਰੇ ਅੰਦਰ ਦੁੱਖ ਵੀ ਲੱਗਿਆ, ਔਰ ਸ਼ਵਾਸਾਂ ਨਾਲ ਮੈਨੂੰ ਕਿਤੇ ਬੈਠਣ ਦੀ ਜਾਚ ਆ ਗਈ। ਬੈਠਣਾ ਪੈ ਗਿਆ, ਮਜਬੂਰੀ ਕਹਿ ਲਓ ਚਾਹੇ, ਬੈਠਣਾ ਵੀ ਪੈ ਗਿਆ। ਔਰ ਪੁੱਛਾਂ ਉਸ ਸਤਿਗੁਰੂ ਕੋਲੋਂ ਕਿ ਕਿੱਥੇ ਹੋ ਤੁਸੀਂ, ਕਿਵੇਂ ਹੋ? ਬਸ ਸ਼ਵਾਸ ਲਈ ਜਾਵਾਂ, ਧਿਆਨ ਲਗਾਵਾਂ। ਕਦੀ ਕਵਾਂ ਸ਼ਾਇਦ ਬ੍ਰਹਮ ਕੁਮਾਰੀਜ਼ ਕਹਿੰਦੀਆਂ ਇੱਥੇ ਧਿਆਨ ਲਾਓ, ਕੋਈ ਕਹਿੰਦਾ ਸੀ ਮੌਨ ਵਰਤ ਰੱਖਣਾ ਚਾਹੀਦਾ ਹੈ। ਇਹ ਸਭ ਮੈਂ ਟੈਕਨੀਕਸ ਕਰਕੇ ਦੇਖੀਆਂ। ਇਹ ਸਭ ਟੈਕਨੀਕਸ ਮੈਂ ਕਦੀ ਕੋਈ ਕਹਿੰਦਾ ਅੱਖਾਂ ਤੋਂ ਦੇਖਣਾ ਨਹੀਂ ਚਾਹੀਦਾ, ਅੱਖਾਂ ਵੀ ਬੰਦ ਕਰਕੇ ਰੱਖੋ, ਤੇ ਅੱਖਾਂ ਬੰਦ ਕਰਨ ਦੀ ਆਦਤ ਨਹੀਂ ਸੀ। ਕਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਕੋਸ਼ਿਸ਼ ਕਰਾਂ, ਤੇ ਮਜ਼ਾਕ ਦਾ ਵੀ ਪਾਤਰ ਬਣ ਗਈ ਮੈਂ ਕਿ ਮੈਨੂੰ ਕੋਈ ਘਰ 'ਚ ਕਵੇ ਇਹ ਕੀ ਕਰਦੀ ਪਈ ਹੈ, ਡਰਾਮੇ ਕਰਦੀ ਰਹਿੰਦੀ ਹੈ। ਪਰ ਮਨ 'ਚ ਸੀਗਾ ਕਿ ਇੱਕ ਲਲਾਇਤ ਹੈ ਕਿ ਕਿਹੜਾ ਸਤਿਗੁਰੂ, ਕਿਹੜਾ ਗੁਰੂ, ਮੈਨੂੰ ਬਸ ਦੱਸੋ, ਰਾਹ ਦੱਸੋ, ਮੈਨੂੰ ਲੈਣਾ ਵੈ ਰਾਹ, ਕਿਹੜਾ ਰਾਹ, ਮੈਂ ਕਿਵੇਂ ਚੱਲਾਂ ਇਸ ਰਸਤੇ ਦੇ ਉੱਤੇ। ਪਰ ਪਵਨ ਗੁਰੂ ਦਾ ਲੜ ਫੜ ਕੇ ਫਿਰ ਐਸਾ ਬੈਠੀ। ਪਹਿਲੇ ਤੇ ਸ਼ੁਰੂ 'ਚ ਮੈਂ ਸੱਚ ਦੱਸਾਂ, ਮੇਰੇ ਕੋਲ 10 ਮਿੰਟ ਤੋਂ ਜ਼ਿਆਦਾ ਨਹੀਂ ਸੀ ਬੈਠਾ ਜਾਂਦਾ। 10 ਮਿੰਟ ਬੈਠਾ, ਉੱਠ ਕੇ ਬਾਹਰ ਆ ਜਾ, ਚੱਕਰ ਮਾਰ ਕੇ, ਫਿਰ ਮਨ 'ਚ ਇੱਕ ਖਿੱਚ ਪਵੇ, ਨਹੀਂ ਪਵਨ ਗੁਰੂ ਨੂੰ ਪਕੜ ਲੈ। ਫਿਰ ਜਾ ਕੇ ਬੈਠਾ, 10 ਤੋਂ 12 ਮਿੰਟ ਹੋਏ, 15 ਮਿੰਟ ਹੋਏ, 20 ਮਿੰਟ ਹੋਏ, 25 ਮਿੰਟ ਹੋਏ। ਔਰ ਨਾਲੋਂ ਨਾਲ ਅੰਦਰੋਂ ਇਹ ਵੀ ਆਇਆ ਕਿ ਠੀਕ ਹੈ ਸ਼ਵਾਸਾਂ ਦਾ ਤੇ ਕਰ ਰਹੀ ਹਾਂ, ਤੇ ਆਪਣੇ ਖਾਣ ਪੀਣ ਨੂੰ ਵੀ ਨਾਲੋਂ ਨਾਲ ਮੈਨੂੰ ਠੀਕ ਕਰਨਾ ਪਿਆ, ਮਤਲਬ ਕਿ ਸੁਧਾਰਨ ਦੀ ਕੋਸ਼ਿਸ਼ ਕੀਤੀ ਆਪਣੇ ਆਪ ਖਾਣ ਪੀਣ ਨੂੰ ਵੀ। ਔਰ ਉਹ ਵੀ ਗਿਆਨ ਆਪਣੇ ਆਪ ਅੰਦਰੋਂ ਹੀ ਆਉਂਦਾ ਗਿਆ। ਜਿਸ ਤਰ੍ਹਾਂ ਪਹਿਲੇ ਇੱਕ ਸਟੈਪ ਲਿੱਤਾ, ਇਹ ਚੀਜ਼ ਜ਼ਿਆਦਾ ਵਧੀਆ, ਕੁਝ ਜਦੋਂ ਉਹਨੂੰ ਖਾਈ ਤੇ ਕਹਿੰਦੇ ਇਹ ਇਸ ਤੋਂ ਵੀ ਜ਼ਿਆਦਾ ਤਾਂ ਵਧੀਆ ਬਣੇਗੀ ਜੇ ਇਸ ਦੇ ਵਿੱਚ ਇਹ ਕੰਮ ਨਾ ਕੀਤਾ ਜਾਵੇ, ਯਾਨੀ ਇਹਨੂੰ ਪਕਾਇਆ ਨਾ ਜਾਵੇ। ਗ੍ਰੀਨ ਤੂੰ ਖਾ ਲਿਆ, ਗ੍ਰੀਨ ਨੂੰ ਪਕਾ ਲਿੱਤਾ ਤੇ ਗ੍ਰੀਨ ਦੇ ਸਾਰੇ ਪੌਸ਼ਟਿਕ ਤੱਤਵ ਉੱਡ ਗਏ। ਨਹੀਂ, ਤੂੰ ਇਸ ਨੂੰ ਹੋਰ ਕਿਹੜੀ ਐਸੀ ਚੀਜ਼ ਆ ਜਿਸ ਨੂੰ ਤੂੰ, ਯਾਨੀ ਦਿਮਾਗ ਦੇ ਅੰਦਰੋਂ ਬੜਾ ਸਾਰਾ ਗਿਆਨ ਫਿਰ ਹੌਲੀ ਹੌਲੀ ਸਤਿਗੁਰ ਆਪੇ ਹੀ ਦੇਈ ਚਲੀ ਜਾਂਦੇ, ਬੁੱਧੀ ਦੇਈ ਚਲੀ। ਪਹਿਲੇ ਅਸੀਂ ਇਹ ਲੋਕਾਂ ਦੇ ਕੋਲੋਂ ਪੁੱਛਦੇ ਰਹਿੰਦੇ, ਇਸ ਵਕਤ ਅਸੀਂ ਇਹਦੇ ਕੋਲੋਂ ਪੁੱਛ ਲਿਆ, ਉਸ ਡਾਕਟਰ ਕੋਲ ਚੱਲ ਜਾ, ਉਹਦੇ ਕੋਲ ਚੱਲ ਜਾ। ਸਭ ਤੋਂ ਵੱਡਾ ਡਾਕਟਰ ਤੇ ਅੰਦਰ ਬੈਠਾ ਹੈ, ਜਿਹੜਾ ਇਤਨਾ ਮਾਰਗ ਦੱਸ ਸਕਦਾ ਸਾਨੂੰ। ਉਹਦੇ ਕੋਲ ਤਾਂ ਜਾ ਕੇ ਅਸੀਂ ਕਦੀ ਪੁੱਛਿਆ ਨਹੀਂ। ਮੰਨ ਲਓ ਅੱਜ ਉਹ ਸਾਨੂੰ ਇੱਕ ਦਵਾਈ ਦੇਗਾ, ਪਾਣੀ ਪਿਤਾ ਤੇ ਕਿਹਾ ਨਾ ਉਹਨੇ। ਦੂਸਰੀ ਮੇਰੀ ਖੁਰਾਕ ਜਿਹੜੀ ਹੈ ਪਾਣੀ ਹੈ। ਹੁਣ ਪਾਣੀ ਵੀ ਤੇ ਅੱਜ ਕੱਲ੍ਹ ਨਹੀਂ ਜਾਂਦਾ ਪਿਆ ਨਾ ਅੰਦਰ। ਐਡਾ ਮਤਲਬ ਕਿ ਕਈ ਲੋਕ ਤੇ ਕਹਿੰਦੇ ਨੇ ਅਸੀਂ ਪਾਣੀ ਦਾ 1 ਗਲਾਸ ਵੀ ਨਹੀਂ ਪੂਰੇ ਦਿਨ 'ਚ ਪੀਂਦੇ। ਐਸਾ ਅੰਦਰ ਰੋਕ ਲੱਗ ਗਈ ਹੈ ਦਵਾਈਆਂ ਦੇ ਨਾਲ, ਜਾਂ ਤੁਸੀਂ ਆਪਣੇ ਸਰੀਰ ਨੂੰ ਸਾਹ ਵੀ ਛੋਟੇ ਛੋਟੇ ਲੈ ਕੇ ਬਰਬਾਦੀ ਕਰ ਲਿੱਤੀ ਹੈ, ਪਾਣੀ ਵੀ ਨਹੀਂ ਤੁਸੀਂ ਪੀਂਦੇ, ਤੇ ਇਹ ਸਰੀਰ ਰੂਪੀ ਪੇੜ ਚੱਲੇਗਾ ਕਿਵੇਂ, ਪਣਪੇਗਾ ਕਿਵੇਂ?
ਪਰ ਇੱਕ ਤੇ ਕਿਤੇ ਨਾ ਕਿਤੇ ਆਸ ਹੈ ਕਿ ਇਸ ਨੂੰ ਇੱਕ ਲੜ ਨੇ ਛੱਡਿਆ ਨਹੀਂ ਹੈ। ਸਤਿਗੁਰ ਨੇ ਸ਼ਵਾਸਾਂ ਦੀ ਡੋਰੀ ਦੇ ਰਹੇ ਨੇ। ਉਹ ਜਦ ਤੱਕ ਉਹ ਸ਼ਵਾਸਾਂ ਦੀ ਡੋਰੀ ਤੇਰੇ ਅੰਦਰ ਚੱਲ ਰਹੀ ਹੈ ਨਾ, ਕਿਤੇ ਨਾ ਕਿਤੇ ਆਸ਼ਾ ਦੀ ਕਿਰਨ ਹੈ ਕਿ ਤੂੰ ਵਾਪਸ ਪਰਤ ਕੇ ਵਾਪਸ ਆਪਣੇ ਜੀਵਨ ਨੂੰ ਸਤਿਗੁਰ ਵਰਗੇ ਵੈਦ ਨੇ ਤੈਨੂੰ ਠੀਕ ਕਰ ਦੇਣਾ, ਬਗੈਰ ਕੋਈ ਟੈਸਟਿੰਗ ਕਰਾਏ। ਟੈਸਟ ਵੀ ਨਹੀਂ ਮੈਂ ਕਹਿੰਦੀ ਕੋਈ ਕਰਾਉਣ ਦੀ ਲੋੜ, ਜੋ ਅੰਦਰ ਹੋ ਚੁੱਕਿਆ ਉਹ ਹੋ ਹੀ ਚੁੱਕਿਆ। ਕਿਸੇ ਕੋਲ ਜਾਣ ਦੇ ਬਾਅਦ ਸਾਨੂੰ ਉਹਨੂੰ ਕੱਟ ਫੱਡ ਹੀ ਕਰਵਾਉਣੀ ਪਏਗੀ, ਆਪਰੇਸ਼ਨ ਕਰਾਉਣੇ ਪੈਣਗੇ, ਚੈਕਿੰਗ ਕਰਾਉਣੀ ਕੀ ਮਿਲੇਗਾ? ਰਿਪੋਰਟਾਂ ਨੂੰ ਲੈ ਕੇ ਕੀ ਕਰੋਗੇ? ਟੈਨਸ਼ਨ ਹੀ ਤੇ ਵਧਾਓਗੇ। ਜੋ ਅੰਦਰ ਬਣ ਚੁੱਕਿਆ ਸੋ ਬਣ ਚੁੱਕਿਆ। ਮੰਨ ਲਿਆ ਸ਼ਵਾਸਾਂ ਦੀ ਡੋਰੀ ਨਾਲ, ਖੁਰਾਕ ਦੀ ਡੋਰੀ ਨਾਲ, ਪਾਣੀ ਪੀ ਕੇ ਡੋਰੀ ਦੇ ਨਾਲ 100% ਆਈ ਗਰੰਟਿਡ। ਔਰ ਦੂਸਰਾ, ਦਿਵਸ ਰਾਤ ਦੋਏ ਦਾਈ ਦਾਇਆ। ਆਪਣਾ ਥੋੜਾ ਜਿਹਾ ਸਾਨੂੰ ਜਿੱਦਾਂ ਪਸ਼ੂ ਪਕਸ਼ੀ ਆਰਾਮ ਨਾਲ ਟਾਈਮ ਨਾਲ ਸੌਂਦੇ ਨੇ, ਉਹ ਟਾਈਮ ਨਾਲ ਉੱਠ ਵੀ ਜਾਂਦੇ ਨੇ। ਕੋਸ਼ਿਸ਼ ਕਰੀਏ ਜੇ 10 ਵਜੇ ਸੌਂਦੇ ਆ ਜਾਂ 11 ਵਜੇ ਸੌਂਦੇ ਆ ਤੇ 10 ਵਜੇ ਸੌਣਾ ਸ਼ੁਰੂ ਕਰ ਦਈਏ। ਥੋੜਾ ਥੋੜਾ ਉਰੇ ਆਣਾ ਸ਼ੁਰੂ ਕਰੀਏ। 10 ਵਜੇ ਵੀ ਬਹੁਤ ਹੈ। 10, 11, 12, 1, 2, 3, 4, 5 ਘੰਟੇ ਦੀ ਨੀਂਦ 'ਚ ਬਹੁਤ ਹੁੰਦੀ ਹੈ। ਰੱਜ ਕੇ ਸੌਵੋ। ਔਰ ਕੋਈ ਉੱਠਣ ਦੀ ਤੁਹਾਨੂੰ ਇਸ ਚੀਜ਼ ਦੀ ਨਹੀਂ ਹੋਣੀ ਚਾਹੀਦੀ ਕਿ ਨਹੀਂ, ਲੇਟੇ ਲੇਟੇ ਵੀ ਤੁਹਾਡੇ ਸ਼ਵਾਸ ਚੱਲਦੇ ਰਹਿਣ। ਸ਼ਵਾਸਾਂ ਦੀ ਡੋਰੀ ਹਾਜ਼ਰੀ ਲਗਵਾਉਂਦੇ ਰਹੀਓ ਸਤਿਗੁਰ ਦੇ ਦਰਬਾਰ 'ਚ। ਜਿਤਨੇ ਗਹਿਰੇ ਲੰਬੇ ਸ਼ਵਾਸ ਲਓਗੇ ਉਤਨਾ ਹੀ ਜ਼ਿਆਦਾ ਇਸ ਸਰੀਰ ਨੂੰ ਅੰਮ੍ਰਿਤ ਜਲ ਮਿਲੇਗਾ, ਸ਼ਵਾਸ ਰੂਪੀ ਜਲ ਮਿਲੇਗਾ। ਅੰਦਰੋਂ ਜਿਹੜੇ ਅੰਮ੍ਰਿਤ ਦੇ ਸੋਮੇ ਨੇ ਉਹ ਵੀ ਹੌਲੀ 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 ਤੁਹਾਡੇ ਫੁੱਟਣਗੇ, ਜਿਹੜੇ ਬੰਦ ਹੋ ਚੁੱਕੇ ਨੇ। ਅਗਰ ਇੱਕ ਵੀ ਸੈੱਲ ਬੋਡੀ 'ਚ ਜਿੰਦਾ ਹੈ ਨਾ, ਉਹ ਦੂਜੇ ਸੈੱਲ ਨੂੰ ਜਿੰਦਾ ਕਰੇਗਾ, ਉਹ ਤੀਜੇ ਸੈੱਲ ਨੂੰ ਜਿੰਦਾ ਕਰੇਗਾ, ਉਹ ਚੌਥੇ ਸੈੱਲ ਨੂੰ ਜਿੰਦਾ ਕਰੇਗਾ। ਇਸ ਤਰੀਕੇ ਨਾਲ ਇਹ ਸ਼ਵਾਸ ਰੂਪੀ ਜਲ, ਇਹ ਪਾਣੀ ਰੂਪੀ ਜਲ ਅੰਦਰ ਦੇ ਸਾਰੇ, ਪਾਣੀ ਵੀ ਦੇਖੋ ਆਕਸੀਜਨ ਹੈ, ਪਾਣੀ ਵੀ ਆਕਸੀਜਨ ਦਾ ਹੀ ਬਣਿਆ H2O, ਤੇ ਆਕਸੀਜਨ ਉਸ ਫਾਰਮ ਲਿਕੁਇਡ ਫਾਰਮ 'ਚ ਵੀ ਅੰਦਰ ਗਈ, ਜੂਸ ਦੀ ਫਾਰਮ 'ਚ ਵੀ ਅੰਦਰ ਗਈ, ਨਾਰੀਅਲ ਪਾਣੀ ਦੀ ਫਾਰਮ 'ਚ ਵੀ ਅੰਦਰ ਗਈ। ਤੇ ਹੋਰ ਵੀ ਮੈਂ ਆਪਣੇ ਆਪ ਨੂੰ, ਸਤਿਗੁਰ ਆਪੇ ਦੱਸਣਗੇ ਤੁਹਾਨੂੰ, ਗਿਆਨ ਆਪੇ ਮਿਲਦਾ ਚਲਾ ਜਾਏਗਾ। ਕਹਿਣ ਦੀ ਜ਼ਰੂਰਤ ਹੀ ਨਹੀਂ ਪੜੇਗੀ, ਤੁਹਾਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਪਏਗੀ। ਹਾਂ, ਜਿਹੜਾ ਇਸ ਮਾਰਗ ਤੇ ਚੱਲਿਆ ਕਦੀ ਉਹਦੇ ਨਾਲ ਸਾਂਝ ਪਾ ਲਿੱਤੀ ਜਾਏ ਤੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਥੋੜਾ ਹੋਰ ਗਿਆਨ ਸਦੇ ਹੋਏ ਕੋਲ ਜਾਣਾ ਨਾ, ਜਿਹੜਾ ਸਾਧ ਜਿਹਨੂੰ ਕਹਿੰਦੇ ਨੇ। ਜੇ ਉਹ ਕਿਸੇ ਕੋਲੋਂ ਪੁੱਛੀ ਜਾ ਸਕੇ ਗੱਲ ਵੀ ਇਹਦਾ ਕੀ ਮਤਲਬ ਹੈ, ਤੇ ਉਹਦਾ ਮਤਲਬ ਸਮਝ ਆ ਜਾਏਗਾ। ਜਾਓ ਤੇ ਉਸ ਡਾਕਟਰ ਕੋਲ ਨਾ ਜਾਓ ਜਿਹੜਾ ਤੁਹਾਨੂੰ ਦੂਜੇ ਡਾਕਟਰਾਂ ਦੀ ਗੱਲ ਸਿਖਾ ਰਿਹਾ। ਤੁਸੀਂ ਆਪਣੇ ਵੈਦ ਦੇ ਕੋਲ ਜਾਓ। ਮੇਰਾ ਵੈਦ ਗੁਰੂ ਗੋਬਿੰਦਾ, ਗੁਰੂ ਗੋਬਿੰਦਾ ਸੱਚੀ ਬਾਣੀ 'ਚ ਕਿਹਾ ਗਿਆ, ਤੇ ਮੇਰੀ ਗੁਰੂ ਦੀ ਬਾਣੀ ਤੇ ਸੱਚੀ ਬਾਣੀ ਹੈ। ਉਸ ਸੱਚੀ ਬਾਣੀ ਦੇ ਨਾਲ ਮੈਂ ਆਪਣੇ ਇਸ ਸਰੀਰ ਨੂੰ ਬਿਲਕੁਲ ਨਿਰੋਗੀ ਉਸਦੇ ਸਾਥ ਨਾਲ ਕਰ ਸਕਦੀ ਹਾਂ, ਉਸਦੇ ਸੰਗ ਨਾਲ ਕਰ ਸਕਦੀ ਹਾਂ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਥਰੂ ਕਰ ਸਕਦੀ ਹਾਂ। ਸਭ ਤੋਂ ਕੀਮਤੀ ਦਾਤਾਂ ਹੀ ਉਹ ਨੇ ਜਿਨ੍ਹਾਂ ਦਾ ਮੈਂ ਸ਼ੁਕਰ ਹੀ ਨਹੀਂ ਅਦਾ ਕੀਤਾ। ਕਿਆ ਸ਼ਵਾਸ ਮਿਲ ਸਕਦੇ ਨੇ? ਇਸ ਤੋਂ ਕੀਮਤੀ ਦਾਤ ਹੈ ਕੋਈ? ਕਿਆ ਅੰਮ੍ਰਿਤ ਜਲ ਮਿਲ ਸਕਦਾ ਹੈ? ਮੇਰੇ ਅੰਦਰ ਦੋ ਗਲੈਂਡਸ ਦੇ ਥਰੂ ਅੰਮ੍ਰਿਤ ਦੇ ਜਲ ਦੇ ਸੋਮੇ ਸਤਿਗੁਰ ਨੇ ਅੰਦਰ, ਜਿਹਨੂੰ ਕਹਿੰਦੇ ਨੇ ਸ਼ਿਵ ਨੇ ਗੰਗਾ ਉਤਾਰੀ। ਕੀ ਮਤਲਬ ਸੀਗਾ ਗੰਗਾ ਉਤਾਰੀ? ਤੁਹਾਡੇ ਇਸ ਗਲੈਂਡ ਤੋਂ ਤੁਹਾਡੇ ਗੰਗਾ ਵਰਦੀ ਵੀ ਹੈ, ਉੱਪਰ ਤੁਹਾਡੇ ਕਮਲ ਖਿਲਣਾ ਹੈ, ਕੰਠ 'ਚ ਵਿਸ਼ੁੱਧੀ ਚੱਕਰ ਹੈ, ਛਾਤੀ 'ਚ ਅਨਾਹਤ ਚੱਕਰ ਹੈ। ਇਹ ਸਾਰੇ ਇੱਕ ਸਥਾਨ ਬਣਾਏ ਗਏ ਨੇ ਸਤਿਗੁਰ ਨੇ। ਇੱਕ ਇਹ ਘਰ ਨੇ, ਤੁਹਾਡੇ ਸੱਚੇ ਘਰ ਨੇ। ਇੱਥੇ ਬੈਠ ਕੇ ਜੁੜ ਕੇ ਅਗਰ ਸ਼ਵਾਸਾਂ ਦਾ ਜਲ ਸੁੱਟੋਗੇ, ਇਹਨਾਂ ਨੂੰ ਰਿਲੈਕਸੇਸ਼ਨ ਮਿਲੇਗੀ, ਇਹਨਾਂ 'ਚੋਂ ਅੰਮ੍ਰਿਤ ਨਿਕਲੇਗਾ। ਉਹ ਅੰਮ੍ਰਿਤ ਰੂਪੀ ਜਲ ਤੁਹਾਡੇ ਪੂਰੇ ਸਰੀਰ ਨੂੰ ਤੰਦਰੁਸਤੀ ਦੇਣਾ ਸ਼ੁਰੂ ਕਰ। ਚਾਹੇ ਉੱਥੇ ਇੱਕ ਵੀ ਸੈੱਲ ਜਿੰਦਾ ਹੈ, ਮੈਂ ਮੇਰੀਆਂ ਜ਼ਿਆਦਾ ਸੈੱਲ ਮਰ ਚੁੱਕੇ ਨੇ, ਕਿਉਂਕਿ ਹਲੇ ਡੋਰ ਚੱਲ ਰਹੀ ਹੈ। ਨੀਚੇ ਵਾਲੇ ਮੂਲਾਧਾਰ ਚੱਕਰ ਤੋਂ ਲੈ ਕੇ ਸਵਾਦਿਸ਼ਠਾਨ ਚੱਕਰ, ਉਹ ਜਿਹੜੀ ਪੂਰੀ ਸੈਂਟਰ ਦੀ ਰੀੜ ਦੇ ਵਿੱਚ ਪੂਰੀ ਹੈ ਨਾ, ਇਹਦਾ ਮਤਲਬ ਸਿਸਟਮ ਚੱਲ ਰਿਹਾ। ਇਹਦਾ ਮਤਲਬ ਆਕਸੀਜਨ ਜਾ ਰਹੀ ਹੈ। ਇਹਦਾ ਮਤਲਬ ਮੈਂ ਜ਼ਿੰਦਾ ਹਾਂ, ਕੁਛ ਤੇ ਚੱਲ ਰਿਹਾ ਅੰਦਰ। ਔਰ ਜੋ ਚੱਲ ਰਿਹਾ ਉਸ ਤੋਂ ਵੱਡਾ ਭਰੋਸਾ ਮੈਨੂੰ ਕਿਸੇ ਉੱਤੇ ਨਹੀਂ ਕਰਨਾ ਅੱਜ ਦੀ ਦੁਨੀਆ 'ਚ। ਉਸ ਤੋਂ ਵੱਡਾ ਮੈਂ ਕਿਸੇ ਨੂੰ ਨਹੀਂ, ਸਰੀਰ ਦੇ ਹੀ ਨਹੀਂ ਸਕਦੀ ਕਿਸੇ ਨੂੰ। ਕਿਸੇ ਨੇ ਕੀ ਕਰਨਾ? ਕੱਟ ਫੱਡ ਕੇ ਆਪਰੇਸ਼ਨ ਕਰਕੇ ਉਹ ਪੁਰਜਾ ਚੁੱਕ ਕੇ ਬਾਹਰ ਸੁੱਟ ਦੇਣਗੇ। ਫਿਰ ਜਾਵਾਂਗੇ। ਪੇਨ ਹੋ ਰਹੀ ਹੈ ਕਿਉਂਕਿ ਬਹੁਤ ਜ਼ਹਿਰੀਲਾ ਹੋ ਚੁੱਕਿਆ ਸਰੀਰ, ਬੜੀਆਂ ਦਵਾਈਆਂ ਅੰਦਰ ਜਾ ਚੁੱਕੀਆਂ ਅੰਦਰ ਸਰੀਰ ਦੇ। ਮੇਰੀ ਗੱਲ ਕਈਆਂ ਨੂੰ ਨਹੀਂ ਵੀ ਚੰਗੀ ਲੱਗਣੀ, ਕੋਈ ਗੱਲ ਨਹੀਂ, ਵਕਤ ਆਉਣ ਤੇ ਉਹਨਾਂ ਨੂੰ ਵੀ ਸੋਝੀ ਆਏਗੀ। ਔਰ ਨਾ ਵੀ ਆਈ ਤੇ ਫਿਰ ਸਤਿਗੁਰ ਨੂੰ ਤੇ ਪਤਾ ਹੀ ਹੈ ਕਿ ਜਦੋਂ ਉਹਨਾਂ ਦੀ ਡੋਰੀ ਟੁੱਟਣੀ ਉਦੋਂ ਟੁੱਟਣੀਆਂ ਹੀ ਹੈ। ਪਰ ਇਸ ਟਾਈਮ ਹੈ ਨਹੀਂ ਨਾ, ਕੋਈ ਚਾਰਾ ਨਹੀਂ ਹੈ। ਪਰ ਮੈਂ ਤਾਂ ਸੱਚੇ ਸਤਿਗੁਰ ਦੀ ਬਾਂਹ ਫੜੀ, ਸੋ ਮੈਂ ਆਪਣਾ ਐਕਸਪੀਰੀਅੰਸ ਦੱਸ ਰਹੀ ਹਾਂ। ਮੈਨੂੰ ਉਸ ਦੀ ਬਾਂਹ ਫੜ ਕੇ ਜੋ ਜੋ ਲਾਭ ਮਿਲੇ, ਜੋ ਮਿਲ ਰਹੇ ਨੇ, ਜਿਸ ਤਰ੍ਹਾਂ ਮੇਰਾ
ਜਿਹੜਾ ਸਰੀਰ ਹੈ ਨਾਮ ਰੂਪੀ ਸਾਬਣ ਦੇ ਨਾਲ, ਸ਼ਵਾਸ ਰੂਪੀ ਸਾਬਣ ਜਿਹੜਾ ਉਹਨੇ ਦਿੱਤਾ ਹੋਇਆ ਹੈ, ਉਸ ਸਾਬਣ ਨੂੰ ਹੋਰ ਦਬਾ ਦਬਾ ਕੇ ਮਲ ਮਲ ਕੇ ਇੱਕ ਐਸਾ ਅਨਹਦ ਦਾ ਨਾਦ ਵੀ ਅੰਦਰ ਚਲਾ ਕੇ ਹੋਰ ਤੇਜ਼ੀ ਦੇ ਨਾਲ ਫਿਰ ਉਹ ਕਰਮ ਕਰਨ ਲੱਗ ਪੈਂਦਾ। ਉਹ ਤੁਹਾਨੂੰ ਦਿਖੇਗਾ ਕਿ ਉਹ ਮਾਲਕ ਨੇ ਹੁਣ ਅਨਹਦ ਚਲਾ ਕੇ ਮੇਰੀ ਬਾਡੀ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਸਟਾਰਟਿੰਗ ਮੇਰੀ ਇੱਛਾ ਹੋਣੀ ਚਾਹੀਦੀ ਹੈ ਇਸ ਨੂੰ ਸਾਫ਼ ਕਰਨ ਦੀ। ਜਦੋਂ ਤੇਰੀ ਇੱਛਾ ਬਣ ਗਈ, ਤੂੰ ਦ੍ਰਿੜਤਾ ਨਾਲ ਕਿਹਾ ਕਿ ਮੈਂ ਸੰਕਲਪ ਲੈ ਲਿੱਤਾ ਮੈਨੂੰ ਉਹਨੂੰ ਸਾਫ਼ ਕਰਨਾ ਹੀ ਕਰਨਾ ਹੈ, ਚਾਹੇ ਕੁਝ ਹੋ ਜਾਵੇ। ਜੇ ਤੇਰੀ ਦ੍ਰਿੜਤਾ ਨਹੀਂ ਹੈ ਤੇ ਸਤਿਗੁਰੂ ਵੀ ਤੇਰਾ ਸਾਥ ਨਹੀਂ ਦੇਣਗੇ। ਤੇ ਜੇ ਤੂੰ ਦ੍ਰਿੜਤਾ ਨਾਲ ਬੈਠ ਗਈ ਹੈ ਕਿ ਮੈਂ ਹੁਣ ਉਸ ਵੈਦ ਦੀ ਸ਼ਰਨ 'ਚ ਜਾਣਾ ਹੈ, ਉਹ ਮੈਨੂੰ ਮਾਰੇ ਭਾਵੇਂ ਰੱਖੇ, ਉਹਦੇ ਕੋਲ ਹੀ ਜਾਣਾ, ਉਹਦੇ ਕੋਲੋਂ ਹੀ ਦਵਾਈ ਲੈਣੀ ਹੈ, ਔਰ ਉਹੀ ਦਵਾਈ ਲੈਣੀ ਹੈ ਜੋ ਉਹ ਦਿੰਦਾ ਪਿਆ, ਜੋ ਉਸਨੇ ਪ੍ਰਕਿਰਤੀ 'ਚ ਦਿੱਤੀ ਹੋਈ ਹੈ। ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਹੋਏਗੀ, ਆਪਣੇ ਆਪ ਹੌਲੀ ਹੌਲੀ ਤੁਹਾਨੂੰ ਟਿਕਾਣੇ ਤੇ ਲੈ ਆਏਗਾ। ਇਸ ਤੋਂ ਵੱਡੀਆਂ ਕੋਈ ਦਵਾਈਆਂ ਨਹੀਂ ਦਿੱਤੀਆਂ ਹੁੰਦੀਆਂ ਜਿਹਦਾ ਅਸੀਂ ਸ਼ੁਕਰ ਨਹੀਂ ਅਦਾ ਕਰਦੇ। ਤੇ ਇਸੇ ਦਵਾਈਆਂ ਦੇ ਨਾਲ ਮੈਨੂੰ ਬਹੁਤ ਬਹੁਤ ਆਰਾਮ ਆ ਰਿਹਾ ਹੈ, ਇਤਨਾ ਆਰਾਮ ਆ ਰਿਹਾ ਹੈ ਕਿ ਉਹਨੇ ਬਾਂਹ ਫੜ ਲਈ ਹੈ ਔਰ ਉਹਦਾ ਨਾਮ ਹੀ ਪਰਮਾਨੰਦ ਰੱਖਿਆ ਗਿਆ ਹੈ। ਦੇਖੋ, ਨਾਮ ਰੱਖਣ ਵਾਲੇ ਨੇ, ਕਿਉਂਕਿ ਜਿਹੜੀ ਡੋਰ ਅੰਦਰ ਚੱਲਦੀ ਪਈ ਹੈ ਉਹ ਨਾਮ ਦੀ ਡੋਰ ਹੈ, ਉਹਨੂੰ ਨਾਮ ਦੀ ਡੋਰ ਕਹਿੰਦੇ। ਉਸ ਨਾਮ ਰੂਪੀ ਡੋਰ ਨੂੰ ਤੁਸੀਂ ਥੋੜੀ ਹਲੂਣਾ ਦੇਣਾ, ਸ਼ਵਾਸ ਰੂਪੀ ਜਲ ਦੇ ਕੇ ਹਲੂਣਾ ਦੇਣਾ। ਜਦੋਂ ਉਹ ਹਲੂਣਾ ਚੱਲਿਆ, ਇੱਕ ਵਕਤ ਦੇ ਉੱਤੇ ਸਤਿਗੁਰ ਨੇ ਉਹ ਡੋਰ ਪਕੜ ਕੇ ਤੇਰੇ ਪੂਰੇ ਸਰੀਰ ਨੂੰ ਉਸ ਤਰੀਕੇ ਦੇ ਨਾਲ ਬੱਚੇ ਦੇ ਸਰੀਰ ਵਾਂਗਰ ਨਿਰਮਲ ਕਰਨਾ ਸ਼ੁਰੂ ਕਰ ਦੇਣਾ। ਪਰ ਤੂੰ ਬੱਚੇ ਵਰਗਾ ਭਾਵਨਾ ਤੇ ਬਣਾ ਨਾ, ਬੱਚੇ ਵਰਗਾ ਬਣ ਤੇ ਜਾ, ਬੱਚੇ ਵਰਗਾ ਭਾਂਡਾ ਖਾਲੀ ਤੇ ਰੱਖ, ਆਪਣੀਆਂ ਸਿਆਣਪਾਂ ਛੱਡ ਤੇ ਦੇ। ਜੇ ਤੇਰੀਆਂ ਸਿਆਣਪਾਂ ਅਜੇ ਤੱਕ ਤੇਰੇ ਕੋਲ ਨੇ ਨਾ ਕਿ ਨਹੀਂ ਇਸ ਤਰ੍ਹਾਂ ਥੋੜੀ ਹੁੰਦਾ, ਨਹੀਂ ਐਵੇਂ ਤੇ ਫਿਰ ਸਤਿਗੁਰੂ ਜੀ ਕਹਿੰਦੇ ਤੂੰ ਹਲੇ ਭਟਕ ਲੈ, ਹੋਰ ਭਟਕ ਲੈ, ਮੇਰਾ ਬੱਚੇ ਨੂੰ ਅਜੇ ਨਹੀਂ ਗਿਆਨ ਆਇਆ, ਨਹੀਂ ਬੁੱਧੀ ਆਈ, ਤੂੰ ਹੋਰ ਜਰਾ ਚੱਕਰ ਲਾ ਲੈ ਇਸ ਦੁਨੀਆ ਦੇ ਵਿੱਚ, ਭਟਕ ਲੈ। ਫਿਰ ਹੋਰ ਕੀ ਹੋਏਗਾ? ਆਪਣੇ ਆਪ ਨੂੰ ਇੱਕ ਨਾ ਇਤਨੇ ਦੁੱਖਾਂ ਦੇ ਵਿੱਚ ਆਉਣ ਦੇ ਬਾਵਜੂਦ ਵੀ ਅਗਰ ਅੱਜ ਸੋਝੀ ਨਹੀਂ ਆਈ ਤੇ ਫਿਰ ਕੀ ਗਰੰਟੀ ਹੈ ਕਿ ਅੱਗੋਂ ਸਾਨੂੰ ਹੋਰ ਸਮਝ ਆ ਜਾਵੇ? ਨਹੀਂ ਆਏਗੀ। ਉਸ ਤੋਂ ਵੱਡਾ ਵੈਦ ਕੋਈ ਨਹੀਂ, ਉਸ ਤੋਂ ਵੱਡਾ ਡਾਕਟਰ ਕੋਈ ਨਹੀਂ। ਮੇਰਾ ਅਜਮਾਇਆ ਹੋਇਆ ਹੈ, ਅਜਮਾਏ ਹੋਏ ਦੇ ਉੱਤੇ ਮੈਂ ਗੱਲ ਕਰ ਰਹੀ ਹਾਂ, ਪੂਰਨ ਵਿਸ਼ਵਾਸ ਨਾਲ ਕਰਨੀ ਆ, ਪੂਰਨ ਪਿਤਾ ਨਾਲ ਜੁੜ ਕੇ ਕਰ ਰਹੀ ਹਾਂ, ਪੂਰਨ ਪਿਤਾ ਅੰਦਰ ਵਰਤਦਾ ਦੇਖਿਆ ਮੈਂ, ਉਹ ਸੱਚਾ ਸਤਿਗੁਰ ਮੈਂ ਅੰਦਰ ਵਰਤਦਾ ਦੇਖ ਰਹੀ ਹਾਂ। ਮੇਰੀ ਕਲੀਨਜ਼ਿੰਗ ਨਹੀਂ ਹੋਈ ਪੂਰੀ ਇਹਦੇ ਸਰੀਰ ਦੀ, ਪਰ ਇਤਨੀ ਕੁ ਸਟਰੈਂਥ ਔਰ ਇਤਨੀ ਕੁ ਜੀ ਤਾਕਤ ਤੇ ਆਈ ਗਈ ਹੈ, ਔਰ ਬਿਨਾਂ ਦਵਾਈ ਦੇ। ਕਿਸੇ ਬੁਖਾਰ 'ਚ ਮੈਂ ਇੱਕ ਗੋਲੀ ਨਹੀਂ ਖਾਧੀ। ਸਾਰੀ ਦੁਨੀਆ ਕਹਿੰਦੀ ਪਈ ਹੈ ਕਿ ਸਾਹ ਨਾ ਲਵੋ, ਮੈਂ ਕਹਾਂਗੀ ਸਾਹ ਲਵੋ, ਰੱਜ ਰੱਜ ਕੇ ਲਵੋ, ਉਹਦੇ ਹੀ ਦਰ ਤੇ ਬੈਠੋ। ਇਹ ਸ਼ਵਾਸ ਰੂਪੀ ਜਲ ਦੇ ਨਾਲ ਹੀ ਤੁਹਾਨੂੰ ਜੀਵਨ ਮਿਲਣਾ ਹੈ। ਕਿਸੇ ਵੀ ਖੁੱਲੀ ਜਗ੍ਹਾ ਤੇ ਬੈਠ ਕੇ ਲਵੋ, ਜਿੱਥੇ ਪੂਰੀ ਮਤਲਬ ਕਿ ਬਾਗ ਨਹੀਂ ਤੇ ਘਰ ਦੀ ਛੱਤ ਹੋਵੇ, ਪੂਰਾ ਲਵੋ। ਔਰ ਲੈਣਾ ਕਿਸ ਤਰ੍ਹਾਂ, ਮੈਂ ਤੁਹਾਨੂੰ ਇਹ ਵੀ ਇੱਕ ਮੈਥਡ ਦੱਸ ਦਿੰਦੀ ਹਾਂ ਸ਼ਵਾਸ ਲੈਣਾ ਕਿਵੇਂ। ਜਿਸ ਤਰ੍ਹਾਂ ਸਵਾਸ ਭਰਿਆ ਤੇ ਸਾਡੇ 3 ਚੱਕਰ ਉੱਪਰ ਵਾਲੇ ਐਕਟੀਵੇਟ ਹੋ ਸਕਦੇ ਨੇ, ਛਾਤੀ ਵਾਲਾ, ਅਨਾਹਤ ਚੱਕਰ, ਵਿਸ਼ੁੱਧੀ ਚੱਕਰ ਔਰ ਗਿਆਨ ਇਹਨੂੰ ਕਹਿੰਦੇ ਨੇ ਗਿਆਨ ਚਕਸ਼ੂ, ਜਿੱਥੇ ਖੁੱਲਦੇ ਨੇ। ਇਹ 3 ਚੱਕਰ ਜਿਹੜੇ ਨੇ ਨਾ, ਇਹਨਾਂ ਤੇ ਜ਼ੋਰ, ਜੇ ਤੁਸੀਂ ਸ਼ਵਾਸ ਭਰਦੇ ਆ ਉੱਪਰ ਨੂੰ ਲੈਣੇ ਆ, ਫੇਫੜਿਆਂ ਤੋਂ ਉੱਪਰ ਫੇਫੜੇ ਪੂਰੇ ਭਰ ਜਾਣ, ਇਤਨਾ ਵੱਡਾ ਸ਼ਵਾਸ ਲੈਣਾ। ਜਿਸ ਤਰ੍ਹਾਂ ਉੱਪਰ ਲਿੱਤਾ, ਵਾਹੇ ਬੋਲਿਆ ਅੰਦਰ ਮਨ 'ਚ, ਜਿਤਨਾ ਵੀ ਲੈ ਸਕਦੇ ਨੱਕ ਦੇ ਥਰੂ, ਰੁਕੇ, ਗੁਰੂ, ਨਾਭੀ ਉੱਤੇ ਆ ਗਏ। ਨਾਭੀ ਦਾ ਚੱਕਰ ਔਰ ਮਣੀਪੁਰ ਚੱਕਰ, ਜਿਹੜਾ ਫੇਫੜਿਆਂ ਤੋਂ ਬਿਲਕੁਲ ਥੱਲੇ ਉੱਪਰ ਮਣੀ ਉਭਰੀ ਹੋਈ ਹੁੰਦੀ ਹੈ, ਮਣੀਪੁਰ ਚੱਕਰ ਉਹਨੂੰ ਕਹਿੰਦੇ ਨੇ। ਮਣੀ, ਹੁਣ ਚੱਕਰਾਂ ਚੁਕਰਾਂ ਦੀ ਗੱਲਾਂ ਵਿੱਚ ਨਹੀਂ ਫਸਣਾ ਸੀ। ਸਾਡੀ ਇਹ ਕਹਿਣਾ ਕਿ ਸ਼ਵਾਸ ਲਿੱਤਾ ਤੇ ਫੇਫੜਿਆਂ ਤੋਂ ਉੱਪਰ ਲੈਣਾ। ਸਾਡੇ 3 ਚੱਕਰ ਗਲੈਂਡਸ ਉੱਪਰ ਘਰ ਜਿਹੜੇ ਨੇ ਐਕਟੀਵੇਟ ਹੋਣਗੇ, ਤੇ 3 ਚੱਕਰ ਜਿਹੜੇ ਥੱਲੇ ਦੇ ਨੇ ਨਾ, ਮੂਲਾਧਾਰ ਚੱਕਰ, ਸਵਾਦਿਸ਼ਾਨ ਚੱਕਰ ਔਰ ਮਣੀਪੁਰ ਚੱਕਰ, ਇਹ 3 ਚੱਕਰ ਥੱਲੇ ਵਾਲੇ ਐਕਟਿਵ ਹੋਣਗੇ ਗੁਰੂ ਦੇ ਨਾਮ ਦੇ ਉੱਤੇ। ਕਿਉਂਕਿ ਨਾਭੀ ਤੋਂ ਅਸੀਂ ਟੁੱਟੇ ਸੀਗੇ, ਮਾਂ ਦੇ ਗਰਭ ਤੋਂ, ਨਾਭੀ ਦੇ ਨਾਲ ਕਨੈਕਸ਼ਨ, ਔਰ ਉਸ ਦੇ ਬਾਅਦ ਸਤਿਗੁਰ ਨੇ ਸਿੱਧਾ ਦਿੱਤਾ ਸੀ ਇੱਥੇ 3 ਚੱਕਰ ਨੀਚੇ, ਤੇ ਉੱਪਰ ਵੀ ਇਹ 1 ਚੱਕਰ 2 ਚੱਕਰ, 1 ਚੱਕਰ 2 ਚੱਕਰ ਤੇ ਛਾਤੀ ਵਾਲਾ, ਇਹ 3 ਚੱਕਰਾਂ ਦੇ ਵਿੱਚ ਉੱਪਰ ਦਾ ਜੀਵਨ ਔਰ ਨਿਚਲਾ ਜੀਵਨ। ਨਿਚਲਾ ਜੀਵਨ ਜਿਹੜਾ ਉਹ ਸ੍ਰਿਸ਼ਟੀ ਵੱਲ ਅਸੀਂ ਜਨਮ ਦਿੰਦੇ ਹਾਂ, ਬੱਚਿਆਂ ਨੂੰ ਜਨਮ ਦਿੱਤਾ, ਉਧਰ ਹੋ ਗਿਆ।
ਤੇ ਜਦੋਂ ਅਸੀਂ ਉੱਪਰ ਵਾਲੇ ਪਰਮਾਤਮਾ ਦੇ ਵੱਲ ਧਿਆਨ ਕਰਕੇ ਹੁਣ ਉਹਦੇ ਨਾਲ ਲਗਾਣਾ ਮੈਂ ਤੇ 3 ਚੱਕਰ ਉੱਪਰ ਦੇ ਐਕਟੀਵੇਟ ਕਰਨੇ ਆ ਤੇ ਇੱਕ ਓਮਕਾਰ ਕਰੋ, ਭਾਵੇਂ ਜੈਸੇ ਇੱਕ ਓਮ ਬੋਲਿਆ ਤੇ ਸਾਹ ਲਿੱਤਾ, ਬਰੀਥ ਇਨ ਕੀਤਾ, ਜਿੰਨਾ ਲੈ ਸਕਦੇ ਹੋ ਲਈ ਜਾਓ, ਨਾਭੀ ਤੇ ਆ ਗਏ, ਫਿਰ ਇੱਕ ਓਮ, ਇੱਕ ਇਸ ਤਰ੍ਹਾਂ ਕਰਕੇ ਸ਼ਵਾਸਾਂ ਦੀ ਪੂੰਜੀ ਪਹਿਲੇ ਚਲਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਮੰਗ ਰਹੇ ਹਾਂ ਇਹਨਾਂ ਨੂੰ ਐਕਟੀਵੇਟ ਕਰਨ ਦੀ। ਸਾਡੇ ਵੱਲੋਂ ਸਤਿਗੁਰੂ ਜੀ ਤੇਰੇ ਦਰ ਤੇ ਬੈਠ ਕੇ ਅਸੀਂ ਇਹ ਸੇਵਾ ਦੇਣੀ ਸ਼ੁਰੂ ਕੀਤੀ ਹੈ, ਤੁਹਾਡੇ ਕੋਲੋਂ ਮੰਗਣੀ ਸ਼ੁਰੂ ਕੀਤੀ ਹੈ, ਤੁਹਾਡੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਜਦੋਂ ਸਤਿਗੁਰ ਨੇ ਅੰਦਰ ਇਸ ਚੀਜ਼ ਨੂੰ ਅੱਗੋਂ ਬਾਹ ਫੜ ਲਈ, ਫਿਰ ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਤੇ ਬਿਲਕੁਲ ਉਹ ਸ਼ਵਾਸ ਨਾਰਮਲ ਹੋ ਜਾਣਗੇ ਤੁਹਾਡੇ, ਆਪਣੇ ਆਪ ਸਤਿਗੁਰ ਜਿਹੜੇ ਅੰਦਰ ਚੱਲਣੇ ਸਟਾਰਟ ਹੋ ਜਾਣਗੇ। ਉਹਨੂੰ ਅਨਾਹਦ ਕਹਿੰਦੇ ਨੇ। ਉਹ ਅੰਦਰ ਚੱਲੇਗੀ, ਬਸ ਫਿਰ ਤੁਸੀਂ ਬੈਠ ਕੇ ਦੇਖਣਾ, ਸਵਾਸ ਲਈ ਜਾਣੇ ਨਾਰਮਲ ਜਿਸ ਤਰ੍ਹਾਂ ਲੈਂਦੇ ਹੋ। ਤੇਜ਼ ਲਵੋਗੇ ਤਦ ਵੀ ਇਸ ਤਰੀਕੇ ਨਾਲ ਵੀ ਲੈ ਸਕਦੇ ਹੋ, ਉਹਦੇ 'ਚ ਫਿਰ ਕੋਈ ਪਾਬੰਦੀ ਨਹੀਂ ਹੈ। ਫਿਰ ਤੁਸੀਂ ਖੁਦ ਬ ਖੁਦ ਆਪਣੀ ਕਸ਼ਤੀ ਨੂੰ ਰੇੜਨ ਦਾ ਤਰੀਕਾ ਸਿੱਖ ਸਕਦੇ ਹੋ। ਚਲੋ ਜਦ ਤੱਕ ਨਹੀਂ ਆਂਦਾ, ਉਹਦੇ ਦਰ ਤੇ ਬੈਠ ਕੇ ਇਹਨਾਂ ਸ਼ਵਾਸਾਂ ਨੂੰ ਅਸੀਂ ਰਲ ਮਿਲ ਕੇ ਸਾਧ ਸੰਗਤ ਜਪਨ ਦੀ, ਪ੍ਰੇਮ ਸਹਿਤ ਜਪਨ ਦੀ, ਪ੍ਰੇਮ ਸਹਿਤ ਇਹ ਵਾਲੇ ਫੁੱਲ ਅਰਪਣ ਕਰਨ ਦੀ, ਸ਼ਵਾਸ ਰੂਪੀ ਜਲ ਚੜਾਉਣ ਦੀ ਕੋਸ਼ਿਸ਼ ਕਰੀਏ। ਔਰ ਇਸ ਕੋਸ਼ਿਸ਼ ਨੂੰ ਮੇਰਾ ਸਤਿਗੁਰ ਜੀ ਜਦੋਂ ਦੇਖੇਗਾ ਕਿ ਮੇਰਾ ਬੇੜਾ ਬੱਚਾ ਇਸ ਕਾਬਿਲ ਹੋ ਗਿਆ ਹੈ, ਇਸ ਨੂੰ ਹੁਣ ਮੈਂ ਆਪਣੇ ਚਰਨਾਂ 'ਚ ਜਗ੍ਹਾ ਦੇ ਦਾਂ, ਆਪਣੇ ਅੰਦਰ ਹੁਣ ਇਹਨੂੰ ਵਸਾ ਲਵਾਂ, ਇਹਨੂੰ ਆਨੰਦ ਦਾ ਦੇਣਾ ਹੈ। ਹੁਣ ਗਿਆਨ ਆਨੰਦ ਕਿਹਨੂੰ ਕਹਿੰਦੇ, ਹਾਲਾਂਕਿ ਬਾਹਰ ਵੀ ਆਨੰਦ ਜੋ ਤੁਸੀਂ ਕਰੋਗੇ ਉਹਦੇ ਨਾਲ ਵੀ ਸਰੀਰ ਇਤਨਾ ਕੁ ਹੈਲਦੀ ਹੋਣਾ ਸਟਾਰਟ ਹੋ ਜਾਏਗਾ, ਤੁਹਾਡੇ ਫੇਫੜਿਆਂ 'ਚ ਪੂਰੀ ਆਕਸੀਜਨ ਜਾਏਗੀ ਆਪੇ। ਜਿੱਥੇ ਕਰੋਨਾ ਵਰਗੀ ਬਿਮਾਰੀ, ਜਿੱਥੇ ਬਲਗਮ ਵਰਗੀ ਬਿਮਾਰੀ, ਜਿੱਥੇ ਕਈ ਤਰ੍ਹਾਂ ਦੀਆਂ ਹੋਰ ਕਹਿੰਦੇ ਨੇ ਬਿਮਾਰੀਆਂ ਉਹ ਪਣਪਣਗੀਆਂ ਹੀ ਨਹੀਂ, ਜੇ ਪਣਪ ਚੁੱਕੀਆਂ ਤੇ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਇਹਦੇ ਲਈ ਕੋਈ ਦਵਾਈ ਖਾਣ ਦੀ ਜ਼ਰੂਰਤ ਹੀ ਨਹੀਂ ਪਏਗੀ। ਜੇ ਬਲਗਮ ਵੀ ਆ ਰਹੀ ਹੈ, ਗਲਾ ਵੀ ਖਰਾਬ ਹੋ ਗਿਆ, ਇਹਦਾ ਮਤਲਬ ਕਲੈਂਜ਼ਿੰਗ ਕਰ ਦਿੱਤੀ ਹੈ ਸਤਿਗੁਰ ਨੇ ਸਟਾਰਟ ਤੁਹਾਡੀ। 8 ਤੋਂ 10 ਦਿਨ ਦੇ ਵਿੱਚ ਵਿੱਚ ਉਹ ਆਟੋਮੈਟਿਕਲੀ ਉਹਨੂੰ ਖਤਮ ਹੋਣਾ ਪਏਗਾ, ਜਿਹੜੀ ਕਲੈਂਜ਼ਿੰਗ ਸਤਿਗੁਰ ਨੇ ਕਰਨੀ ਸ਼ੁਰੂ ਕੀਤੀ ਹੈ। ਜਦੋਂ ਉਹ ਕਲੈਂਜ਼ਿੰਗ ਹੋ ਰਹੀ, ਉਹਦੇ 'ਚ ਮੈਂ ਡੰਗਾ ਕਿਉਂ ਪਾਵਾਂ, ਮੈਂ ਦਵਾ ਰੂਪੀ ਖਾ ਕੇ ਕਿਆ ਮੈਂ ਤਗੜੇ ਹੋਣਾ? ਜਦ ਸਤਿਗੁਰ ਨੇ ਕਿਹਾ ਤੂੰ ਬੱਚਿਆ ਆਰਾਮ ਕਰ ਲੈ 4 ਦਿਨ, ਤੇ ਆਰਾਮ ਕਰ ਲਓ ਨਾ। ਤੁਸੀਂ ਕਿਉਂ ਸਰੀਰ ਦੇ ਕੋਲੋਂ ਹੋਰ ਕੰਮ ਲੈਣਾ ਚਾਹੁੰਦੇ ਹੋ? ਤੂੰ 2 ਦਿਨ ਸਟੀਮ ਲੈ ਲੈ, 2 ਦਿਨ ਗਰਮ ਪਾਣੀ ਪੀ ਲੈ, 2 ਦਿਨ ਸ਼ਵਾਸ ਰੂਪੀ ਫੇਫੜਿਆਂ ਦੇ ਵਿੱਚ ਭਰ ਕੇ ਬਗੈਰ ਦਵਾਈ ਦੇ, ਇਹ ਆਟੋਮੈਟਿਕਲੀ ਜਦੋਂ ਬਲਗਮ ਮੁੱਕ ਜਾਣੀ ਹੈ ਆਪਣੇ ਆਪ ਗਲਾ ਸਾਫ਼ ਹੋ ਜਾਣਾ, ਆਪਣੇ ਆਪ ਕੰਠ ਠੀਕ ਹੋ ਜਾਣਾ। ਇਹਨੂੰ ਵਾਟਰ ਥੈਰੇਪੀ ਵੀ ਕਹਿੰਦੇ। ਕਦੇ ਇਹਨੂੰ ਕਹਿੰਦੇ ਤੁਲਸੀ ਦਾ ਕਾੜਾ, ਅਦਰਕ ਦਾ ਕਾੜਾ, ਇਲਾਚੀ ਦਾ ਕਾੜਾ, ਮੋਟੀ ਇਲਾਚੀ, ਦਾਲਚੀਨੀ ਪਾ ਕੇ ਥੋੜਾ ਜਿਹਾ ਕਾੜਾ ਪੀ ਲਿੱਤਾ। ਕਾੜਿਆਂ ਮਗਰ ਵੀ ਇੰਨਾ ਨਹੀਂ ਪੈ ਜਾਣਾ ਕਿ ਬਾਡੀ 'ਚ ਗਰਮੀ ਵੱਧ ਜਾਏ। ਤੁਸੀਂ ਪੀ ਲਿੱਤਾ 1 ਵਾਰੀ 2 ਵਾਰੀ ਦਿਨ ਦੇ ਵਿੱਚ, ਸਵੇਰੇ ਚਾਹ ਦੀ ਜਗ੍ਹਾ ਤੇ ਚਾਹ ਤਾਂ ਬਿਲਕੁਲ ਨਹੀਂ ਪੀਣੀ। 3 ਚੀਜ਼ਾਂ ਤੁਸੀਂ ਲਾਈਫ 'ਚੋਂ ਛੱਡਣੀਆਂ: ਮਿਲਕ ਪ੍ਰੋਡਕਟਸ, ਪੈਕੇਜਿੰਗ ਪ੍ਰੋਡਕਟਸ ਤੇ ਰਿਫਾਈਨਡ ਪ੍ਰੋਡਕਟਸ। ਰਿਫਾਈਨਡ ਚਾਹੇ ਮੈਦਾ ਹੋਵੇ, ਰਿਫਾਈਨਡ ਚਾਹੇ ਆਇਲ ਹੋਣ, ਰਿਫਾਈਨਡ ਚਾਹੇ ਕੋਈ ਚੀਜ਼ਾਂ ਹੋਣ। MRP ਯਾਦ ਰੱਖਣਾ, ਮਿਲਕ ਪ੍ਰੋਡਕਟਸ, ਰਿਫਾਈਨਡ ਪ੍ਰੋਡਕਟਸ ਐਂਡ ਪੈਕੇਜਿੰਗ ਪ੍ਰੋਡਕਟਸ। ਪੈਕੇਜਿੰਗ ਪ੍ਰੋਡਕਟਸ ਬਹੁਤ ਸਾਰੇ ਮਾਰਕੀਟ ਦੇ ਵਿੱਚ ਨੇ। ਪੈਕੇਜਿੰਗ ਪ੍ਰੋਡਕਟਸ ਹਰ ਜਗ੍ਹਾ ਤੇ ਨੇ, ਯਾਦ ਰੱਖਣਾ। ਟੂਥਪੇਸਟ ਤੋਂ ਲੈ ਕੇ ਸਾਬਣ ਤੋਂ ਲੈ ਕੇ ਜਿੰਨੇ ਵੀ ਪੈਕੇਜਿੰਗ ਪ੍ਰੋਡਕਟਸ ਹੈ, ਸਭ ਹਾਰਮ ਹੋ ਰਿਹਾ ਤੁਹਾਡੇ ਸਰੀਰ ਦੇ ਨਾਲ। ਲਾਸਟ ਵਿੱਚ ਕਹੀ ਹੈ ਗੱਲ, ਯਾਦ ਰੱਖਣਾ। ਔਰ ਅਗਰ ਕਿਸੇ ਨੇ ਕੋਈ ਗੱਲ ਪੁੱਛਣੀ ਹੋਵੇ ਤੇ ਤੁਸੀਂ ਪੁੱਛ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੇ ਤਰੀਕੇ ਸਤਿਗੁਰ ਦੇ ਚਰਨਾਂ 'ਚ ਸਵਾਸ ਅਰਪਣ ਕਰਦੇ ਹੋ, ਆਪਣਾ ਜੀਵਨ ਸਮਰਪਿਤ ਕਰਦੇ ਹੋਏ ਜੀਵਨ ਦਾ ਆਨੰਦ ਲਵੋ ਔਰ ਇਸ ਦੁੱਖਾਂ 'ਚੋਂ ਬਾਹਰ ਨਿਕਲ ਕੇ ਆਨੰਦਮਈ ਜੀਵਨ ਜੀਓ। ਵਾਹਿਗੁਰੂ।